ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹਾਂ ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੋ ਪਿਛਲੇਰੇ ਦਿਨਾਂ ਦੇ ਵਿੱਚ ਆਪਾਂ ਇਹਨਾਂ ਘਟਨਾਵਾਂ ਨੂੰ ਵਿਚਾਰਿਆ ਸੀ। ਸਿੱਖਾਂ ਨੇ ਅੰਗਰੇਜ਼ਾਂ ਦੇ ਨਾਲ ਦੋ ਜੰਗਾਂ ਕੀਤੀਆਂ ਹਨ। ਇੱਕ ਮੁੱਦਕੀ ਦੀ ਜੰਗ 18 ਦਸੰਬਰ 1845 ਈਸਵੀ ਨੂੰ, ਦੂਸਰੀ ਫੇਰੂ ਦੀ ਜੰਗ 21 ਦਸੰਬਰ 1845 ਈਸਵੀ ਨੂੰ। ਪਰ ਇਹ ਦੋਵੇਂ ਜੰਗਾਂ ਲਾਲ ਸਿਉਂ ਤੇਜਾ ਸਿਉਂ ਦੀ ਗਦਾਰੀ ਦੇ ਕਾਰਨ ਸਿੱਖ ਹਾਰ ਗਏ ਹਨ। ਇਹਨਾਂ ਘਟਨਾਵਾਂ ਨੂੰ ਆਪਾਂ ਪਿਛਲੇਰੇ ਦਿਨਾਂ ਦੇ ਵਿੱਚ ਵਿਚਾਰਿਆ ਸੀ। ਸੋ ਅਗਲੀ ਇਤਿਹਾਸ ਦੀ ਲੜੀ ਵਿਚਾਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਦੋ ਜੰਗਾਂ ਹਾਰਨ ਤੋਂ ਬਾਅਦ ਜੋ ਸਿੱਖ ਹਨ ਉਹ ਸਿੱਖ ਰਾਜ ਨੂੰ ਬਚਾਉਣ ਦੀ ਖਾਤਰ ਹੋਰ ਉਪਰਾਲਾ ਕਰਦੇ ਹੈ। ਆਪਣੇ ਵੱਲੋਂ ਰਾਏ ਮਸ਼ਵਰਾ ਕਰਦੇ ਹਨ ਕਿ ਸਾਨੂੰ ਆਪਣੇ ਸਿੱਖ ਰਾਜ ਦੀ ਹਿਫਾਜ਼ਤ ਦੇ ਲਈ ਅੰਗਰੇਜ਼ਾਂ ਦੇ ਨਾਲ ਹੋਰ ਜੰਗਾਂ ਕਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਜਿੱਤ ਦੇ ਵਿੱਚ ਬਦਲਣਾ ਚਾਹੀਦਾ। ਦੂਸਰੇ ਪਾਸੇ ਅੰਗਰੇਜ਼ ਇਹ ਸੋਚਦੇ ਹੈ, ਭਾਵੇਂ ਅਸੀਂ ਮੁੱਦਕੀ ਅਤੇ ਫੇਰੂ ਦਾ ਜੰਗ ਜਿੱਤ ਲਿਆ, ਪਰ ਇਹ ਅਸੀਂ ਕੋਈ ਬਹਾਦਰੀ ਦੇ ਕਾਰਨ ਨਹੀਂ ਜਿੱਤੇ, ਇਹ ਤਾਂ ਗਦਾਰੀਆਂ ਕਰਕੇ ਅਸੀਂ ਜੰਗ ਜਿੱਤੇ ਹਾਂ। ਅਤੇ ਨਾਲ ਇਸ ਗੱਲ ਨੂੰ ਵਿਚਾਰਿਆ ਜਾਂਦਾ ਹੈ, ਇੱਕ ਪਾਸੇ ਅਸੀਂ ਗਦਾਰਾਂ ਦੇ ਨਾਲ ਮਿਲ ਕੇ ਸਿੱਖ ਸਰਦਾਰਾਂ ਨੂੰ ਧੋਖਾ ਦੇ ਕੇ ਉਹਨਾਂ ਦੇ ਕੋਲੋਂ ਜੰਗ ਜਿੱਤ ਰਹੇ ਹੈ, ਅਤੇ ਦੂਸਰੇ ਪਾਸੇ ਸਾਡਾ ਨੁਕਸਾਨ ਵੀ ਬਹੁਤਾ ਹੋ ਰਿਹਾ। ਇਹਨਾਂ ਦੋਵਾਂ ਜੰਗਾਂ ਦੇ ਵਿੱਚ ਅੰਗਰੇਜ਼ ਫੌਜ ਦਾ ਕਾਫੀ ਨੁਕਸਾਨ ਕੀਤਾ ਸਿੱਖਾਂ ਨੇ। ਜੋ ਲਾਰਡ ਹਾਰਡਿੰਗ ਹੈ ਉਹ ਲਾਲ ਸਿਉਂ ਤੇਜਾ ਸਿਉਂ, ਜੋ ਇਹ ਗਦਾਰ ਨੇ, ਇਹਨਾਂ ਦੇ ਨਾਲ ਇੱਕ ਗੁਪਤ ਮੀਟਿੰਗ ਕਰਦਾ ਹੈ। ਉਸ ਮੀਟਿੰਗ ਦੇ ਵਿੱਚ ਲਾਲ ਸਿਉਂ ਨੂੰ ਕਹਿਆ ਜਾਂਦਾ ਹੈ, ਭਾਵੇਂ ਤੁਸੀਂ ਸਾਡੇ ਨਾਲ ਮਿਲੇ ਹੋਏ ਹੋ, ਗਦਾਰੀਆਂ ਕਰਦੇ ਹੋ, ਜਦੋਂ ਜੰਗ ਜੋਬਨ 'ਤੇ ਲੜੀ ਜਾ ਰਹੀ ਹੁੰਦੀ ਹੈ ਤੁਸੀਂ ਆਪਣੀ ਫੌਜ ਲੈ ਕੇ ਦੌੜ ਜਾਂਦੇ ਹੋ, ਜਿਸ ਕਰਕੇ ਅਸੀਂ ਜੰਗ ਜਿੱਤ ਜਾਂਦੇ ਹਾਂ, ਸਿੱਖ ਹਾਰ ਜਾਂਦੇ ਹੈ। ਪਰ ਜੋ ਇਹ ਸਿੱਖ ਸਰਦਾਰ ਨੇ ਇਹ ਤੇਗ ਦੇ ਬਹੁਤ ਜ਼ਿਆਦਾ ਧਨੀ ਨੇ, ਤੁਹਾਡੀ ਗਦਾਰੀ ਕਰਨ ਤੋਂ ਬਾਅਦ ਵੀ ਇਹ ਸਾਡੀ ਫੌਜ ਦਾ ਬਹੁਤਾ ਨੁਕਸਾਨ ਕਰ ਜਾਂਦੇ ਹੈ, ਸਾਡੇ ਬਹੁਤ ਜ਼ਿਆਦਾ ਸਿਪਾਹੀ ਮਾਰੇ ਜਾਂਦੇ ਹੈ, ਕਈ ਵਾਰੀ ਤਾਂ ਇਹ ਸਾਡੇ ਮੋਰਚਿਆਂ ਤੱਕ ਪਹੁੰਚ ਜਾਂਦੇ ਹੈ। ਇਹ ਫਿਰ ਕੋਈ ਗਦਾਰੀ ਕਰਨ ਦਾ ਸਵਾਦ ਨਹੀਂ ਆਇਆ। ਇੱਕ ਪਾਸੇ ਗਦਾਰੀ ਵੀ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਫੌਜ ਦਾ ਨੁਕਸਾਨ ਵੀ ਕਰਵਾਇਆ ਜਾ ਰਿਹਾ ਹੈ। ਤੁਸੀਂ ਕੋਈ ਹੋਰ ਤਰੀਕਾ ਅਪਣਾਵੋ ਗਦਾਰੀ ਕਰਨ ਦਾ, ਜਿਸ ਕਰਕੇ ਅੰਗਰੇਜ਼ ਫੌਜ ਦਾ ਨੁਕਸਾਨ ਨਾ ਹੋਵੇ। ਲਾਲ ਸਿਉਂ ਇਹ ਗੱਲਾਂ ਸੁਣਨ ਤੋਂ ਬਾਅਦ ਜਵਾਬ ਦਿੰਦਾ ਵੀ ਅਸੀਂ
ਹੋਰ ਕਿਹੜੇ ਤਰੀਕੇ ਦੇ ਨਾਲ ਗਦਾਰੀ ਕਰੀਏ। ਅਸੀਂ ਇੰਨਾ ਕਰ ਸਕਦੇ ਹਾਂ ਵੀ ਜਦੋਂ ਹੁਣ ਜੰਗ ਹੋਵੇਗੀ ਤੁਹਾਡੇ ਨਾਲ ਸਿੱਖ ਸਰਦਾਰਾਂ ਦੀ, ਅਸੀਂ ਉਸ ਜੰਗ ਤੋਂ ਪਹਿਲਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਸਾਡੇ ਕੋਲ ਕਿੰਨਾ ਅਸਲਾ ਹੈ, ਕਿੱਥੇ ਸਾਡਾ ਅਸਲਾ ਰੱਖਿਆ ਹੋਇਆ, ਕਿਹੜਾ ਪਾਸਾ ਸਾਡਾ ਕਮਜ਼ੋਰ ਹੈ, ਕਿਹੜੇ ਕਿਹੜੇ ਰਸਤੇ ਰਾਹੀਂ ਸਾਡੀ ਫੌਜ ਆਵੇਗੀ ਮੈਦਾਨ ਦੇ ਵਿੱਚ। ਅਸੀਂ ਇਹ ਸਾਰਾ ਕੁਝ ਤੁਹਾਨੂੰ ਦੱਸ ਦੇਵਾਂਗੇ। ਇੱਕ ਨਕਸ਼ਾ ਬਣਾ ਕੇ ਆਪਣੇ ਬੰਦੇ ਦੇ ਰਾਹੀਂ ਤੁਹਾਡੇ ਕੋਲ ਭੇਜ ਦਿਆ ਕਰਾਂਗੇ ਤੇ ਤੁਸੀਂ ਆਪਣੇ ਵੱਲੋਂ ਉਪਰਾਲਾ ਕਰਿਓ। ਭਾਵੇਂ ਸਿੱਖ ਸਰਦਾਰਾਂ ਦੀ ਫੌਜ ਨੂੰ ਰਸਤੇ ਦੇ ਵਿੱਚ ਖਤਮ ਕਰੋ, ਭਾਵੇਂ ਅਸਲੇ ਤੇ ਹਮਲਾ ਕਰੋ, ਭਾਵੇਂ ਮੈਦਾਨ ਦੇ ਵਿੱਚ ਉਹਨਾਂ ਦੇ ਨਾਲ ਲੜ ਕੇ ਉਹਨਾਂ ਨੂੰ ਖਤਮ ਕਰੋ। ਅਸੀਂ ਜਿੰਨੀ ਵੀ ਜਾਣਕਾਰੀ ਹੋਇਆ ਕਰੇਗੀ, ਅਸੀਂ ਸਾਰੀ ਹੀ ਜਾਣਕਾਰੀ ਜੰਗ ਕਰਨ ਤੋਂ ਪਹਿਲਾਂ ਤੁਹਾਨੂੰ ਨਕਸ਼ੇ ਦੇ ਰੂਪ ਦੇ ਵਿੱਚ ਸੁਨੇਹਾ ਭੇਜ ਦਿੱਤਾ ਜਾਇਆ ਕਰੇਗਾ। ਇਹ ਲਾਲ ਸਿਉਂ ਨੇ ਜੋ ਅੰਗਰੇਜ਼ ਆਫੀਸਰ ਹੈ ਲਾਰਡ ਹਾਰਡਿੰਗ, ਉਹਦੇ ਨਾਲ ਵਾਅਦਾ ਕਰ ਲਿਆ ਇੱਕ ਮੀਟਿੰਗ ਦੇ ਵਿੱਚ। 21 ਦਸੰਬਰ 1845 ਈਸਵੀ ਨੂੰ ਫੇਰੂ ਦੀ ਜੰਗ ਲੜੀ ਗਈ ਹੈ। ਉਸ ਜੰਗ ਤੋਂ ਬਾਅਦ ਇਹ ਮੀਟਿੰਗ ਹੋਈ ਸੀ ਤੇ ਸਿੱਖ ਸਰਦਾਰਾਂ ਨੇ ਹੁਣ ਸਭਰਾਵਾਂ ਦੀ ਜੰਗ ਕਰਨੀ ਹੈ ਫਰਵਰੀ 1846 ਈਸਵੀ ਨੂੰ, ਜਿਸ ਦਾ ਆਪਾਂ ਜ਼ਿਕਰ ਕਰਨਾ ਹੈ। ਉਹ ਸਭਰਾਵਾਂ ਦੀ ਜੰਗ ਦਾ ਜ਼ਿਕਰ ਕਰਾਂਗੇ। ਹੁਣ ਜੇਕਰ ਵੇਖਿਆ ਜਾਵੇ, ਸਿੱਖ ਦੋ ਜੰਗਾਂ ਕਰਨ ਤੋਂ ਬਾਅਦ ਵੀ ਹੌਸਲੇ ਦੇ ਵਿੱਚ ਹਨ। ਅੰਗਰੇਜ਼ਾਂ ਦੇ ਨਾਲ ਜੰਗ ਕਰਨੀ ਚਾਹੁੰਦੇ ਹਨ, ਜਿੱਤਣਾ ਚਾਹੁੰਦੇ ਹਨ ਤੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਕਾਇਮ ਕੀਤਾ ਹੋਇਆ ਉਸ ਨੂੰ ਬਚਾਉਣਾ ਚਾਹੁੰਦੇ ਹੈ। ਪਰ ਜੋ ਇਸ ਕੌਮ ਦੇ ਵਿੱਚ ਆਗੂ ਬਣ ਕੇ ਬੈਠ ਗਏ ਹੈ, ਲਾਲ ਸਿਉਂ ਹੋ ਗਿਆ, ਤੇਜਾ ਸਿਉਂ ਹੋ ਗਿਆ, ਤੇ ਜਾਂ ਕੀ ਹੋਇਆ, ਇਹਨਾਂ ਦਿਨਾਂ ਦੇ ਵਿੱਚ ਹੀ ਜੋ ਡੋਗਰਿਆਂ ਦੇ ਵਿੱਚੋਂ ਇੱਕ ਡੋਗਰਾ ਜਿਉਂਦਾ ਹੈ, ਗੁਲਾਬ ਸਿਉਂ ਡੋਗਰਾ, ਧਿਆਨ ਸਿਉਂ ਡੋਗਰਾ ਵੀ ਮਾਰਿਆ ਗਿਆ, ਹੀਰਾ ਸਿਉਂ ਡੋਗਰਾ ਵੀ ਮਾਰਿਆ ਗਿਆ, ਸੁਚੇਤ ਸਿਉਂ ਡੋਗਰਾ ਵੀ ਮਾਰ ਦਿੱਤਾ ਸੀ ਹੀਰਾ ਸਿਉਂ ਨੇ ਹੀ। ਗੁਲਾਬ ਸਿਉਂ ਡੋਗਰਾ ਜੋ ਉਹ ਜੰਮੂ ਦੇ ਵਿੱਚ ਰਾਜ ਕਰ ਰਿਹਾ। ਜਦੋਂ ਇਹ ਜੰਗਾਂ ਕੀਤੀਆਂ ਜਾ ਰਹੀਆਂ ਨੇ, ਸਿੱਖਾਂ ਦੇ ਵੱਲੋਂ ਮੁਦਕੀ ਦੀ ਜੰਗ ਹੋਈ ਹੈ, ਫੇਰੂ ਦੀ ਜੰਗ ਜਾਂ ਸਭਰਾਵਾਂ ਦੀ ਜੰਗ ਵੀ ਕਰਨੀ ਹੈ। ਇਹਨਾਂ ਦਿਨਾਂ ਦੇ ਵਿੱਚ ਗੁਲਾਬ ਸਿਉਂ ਡੋਗਰੇ ਨੇ ਸੋਚਿਆ ਅੰਗਰੇਜ਼ਾਂ ਦਾ ਪੱਖ ਭਾਰੀ ਹੈ। ਲਾਲ ਸਿਉਂ ਤੇ ਤੇਜਾ ਸਿਉਂ ਇਹ ਦੋਵੇਂ ਵੀ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਹੈ। ਕਿਤੇ ਇਹ ਅੰਗਰੇਜ਼ਾਂ ਨੂੰ ਖੁਸ਼ ਕਰਕੇ ਜ਼ਿਆਦਾ ਇਨਾਮ ਨਾ ਪ੍ਰਾਪਤ ਕਰ ਲੈਣ, ਵਜ਼ੀਰੀਆਂ ਨਾ ਪ੍ਰਾਪਤ ਕਰ ਲੈਣ। ਇਹ ਗੁਲਾਬ ਸਿਉਂ ਡੋਗਰਾ ਅੰਗਰੇਜ਼ਾਂ ਦੇ ਨਾਲ ਮਿਲ ਗਿਆ ਜਾ ਕੇ ਆਪਣੇ ਲਾਲਚ ਦੀ ਖਾਤਰ, ਵੀ ਤਾਂ ਕਿ ਮੈਂ ਜੰਮੂ ਦਾ ਬਾਦਸ਼ਾਹ ਬਣਿਆ ਰਹਾਂ। ਕਿਤੇ ਅੰਗਰੇਜ਼ ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਮੇਰੇ ਇਲਾਕੇ 'ਤੇ ਕਬਜ਼ਾ ਕਰਨਗੇ, ਮੈਨੂੰ ਕਿਤੇ ਬਾਦਸ਼ਾਹ ਦੇ ਤਖਤ ਤੋਂ ਲਾਹ ਨਾ ਦਿੱਤਾ ਜਾਵੇ। ਇਹਦੇ ਮਨ ਵਿੱਚ ਵੀ ਲਾਲਚ ਹੈ ਵੀ ਮੈਂ ਵੀ ਅੰਗਰੇਜ਼ਾਂ ਦਾ ਵਫਾਦਾਰ ਬਣ ਜਾਵਾਂ। ਇਹ ਉਦੋਂ ਤੋਂ ਹੀ ਅੰਗਰੇਜ਼ਾਂ ਨੂੰ ਚਿੱਠੀ ਪੱਤਰ ਲਿਖਦਾ ਰਿਹਾ, ਸੁਨੇਹੇ ਭੇਜਦਾ ਰਿਹਾ ਆਪਣੇ ਵੱਲੋਂ, ਤੇ ਉਹਨਾਂ ਨਾਲ ਵਾਅਦਾ ਕਰਦਾ ਰਿਹਾ ਵੀ ਜੇ ਤੁਹਾਨੂੰ ਮੇਰੇ ਵੱਲੋਂ ਕੋਈ ਵੀ ਮਦਦ ਚਾਹੀਦੀ ਹੈ ਕਿਸੇ ਵੀ ਜੰਗ ਦੇ ਵਿੱਚ, ਮੈਂ ਤੁਹਾਡੀ ਮਦਦ ਕਰਾਂਗਾ। ਹੁਣ ਇੱਕ ਪਾਸੇ ਤਾਂ ਇਹ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਗੁਲਾਬ ਸਿਉਂ ਡੋਗਰਾ, ਦੂਸਰੇ ਪਾਸੇ ਸਿੱਖਾਂ ਨੇ ਇਸ ਦੇ ਕੋਲੋਂ ਮਦਦ ਮੰਗ ਲਈ। ਸਿੱਖ ਸਰਦਾਰ ਹੈ ਉਹ ਗਲਤੀ ਕਰ ਰਹੇ ਹੈ, ਜਦੋਂ ਉਹ ਦੋ ਜੰਗਾਂ ਹਾਰ ਗਏ ਹੈ, ਅਗਲੀ ਜੰਗ ਦੇ ਵਿੱਚ ਉਹ ਗੁਲਾਬ ਸਿਉਂ ਡੋਗਰੇ ਤੋਂ ਮਦਦ ਮੰਗ ਰਹੇ ਹੈ। ਤੇ ਇਸ ਨੂੰ ਕੀ ਕੀਤਾ, ਲਾਹੌਰ ਦਰਬਾਰ ਦੇ ਵਿੱਚ ਬੁਲਾ ਕੇ ਇਹਨੂੰ
ਵਜ਼ੀਰ ਬਣਾ ਦਿੱਤਾ ਗਿਆ ਲਾਹੌਰ ਦਰਬਾਰ ਦਾ ਇਨ੍ਹਾਂ ਦਿਨਾਂ ਦੇ ਵਿੱਚ ਸਿੱਖ ਸਰਦਾਰਾਂ ਦੇ ਵੱਲੋਂ। ਨਾਲ ਹੀ ਮਦਦ ਮੰਗੀ ਗਈ ਵੀ ਤੁਸੀਂ ਆਪਣੀ ਫੌਜ ਲੈ ਕੇ ਵੀ ਜੰਗ ਦੇ ਵਿੱਚ ਆਉਣਾ, ਸਾਡੀ ਮਦਦ ਕਰਨੀ। ਹੁਣ ਇਹ ਤਾਂ ਪਹਿਲਾਂ ਹੀ ਅੰਗਰੇਜ਼ਾਂ ਦੇ ਨਾਲ ਮਿਲ ਚੁੱਕੇ ਹੈ, ਨਾਲੇ ਪਹਿਲਾਂ ਹੀ ਇਹਦੇ ਭਰਾ ਨੇ, ਇਹਦੇ ਭਤੀਜੇ ਨੇ ਸਿੱਖ ਰਾਜ ਦੇ ਵਿੱਚ ਰਹਿੰਦਿਆਂ ਹੋਇਆਂ, ਲਾਹੌਰ ਦਰਬਾਰ ਦੇ ਵਿੱਚ ਰਹਿੰਦਿਆਂ ਹੋਇਆਂ ਗਦਾਰੀਆਂ ਕੀਤੀਆਂ ਨੇ। ਇਹ ਧਿਆਨ ਸਿਉ ਡੋਗਰਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਸੀ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਸੀ, ਇਹ ਬਹੁਤ ਚਲਾਕ ਕਿਸਮ ਦਾ ਬੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੇ ਸਿੱਖ ਸਰਦਾਰ ਬਹਾਦਰ ਸੀ, ਇਮਾਨਦਾਰ ਸੀ, ਪਹਿਲੀ ਗੱਲ ਤਾਂ ਉਹਨਾਂ ਨੂੰ ਸਰਹੱਦ ਤੇ ਰੱਖਿਆ ਇਹਨੇ, ਜਿਵੇਂ ਹਰੀ ਸਿੰਘ ਨਲਵਾ ਹੋ ਗਿਆ, ਸ਼ਾਮ ਸਿੰਘ ਅਟਾਰੀ ਵਾਲਾ ਜਾਂ ਲਹਿਣਾ ਸਿੰਘ ਮਜੀਠੀਆ। ਇਨ੍ਹਾਂ ਸਰਦਾਰਾਂ ਨੂੰ ਲਾਹੌਰ ਦਰਬਾਰ ਦੇ ਵਿੱਚ ਹੀ ਨਹੀਂ ਆਉਣ ਦਿੱਤਾ, ਸਰਹੱਦਾਂ ਤੇ ਦੂਰ ਦੂਰ ਰੱਖਿਆ। ਲਾਹੌਰ ਦਰਬਾਰ ਦੇ ਵਿੱਚ ਇਹ ਆਪਣੀਆਂ ਮਨਮਾਨੀਆਂ ਕਰਦਾ ਰਿਹਾ। ਤੇ ਜੇਕਰ ਕੋਈ ਸਿੱਖ ਸਰਦਾਰ ਇਮਾਨਦਾਰ ਲਾਹੌਰ ਦਰਬਾਰ ਦੇ ਵਿੱਚ ਆ ਵੀ ਜਾਂਦਾ, ਇਹ ਖੁਦ ਉਸ ਦੀ ਇੰਨੀ ਬੇਇੱਜ਼ਤੀ ਕਰਦਾ, ਇੰਨਾ ਅਪਮਾਨ ਕਰਦਾ ਜਾਂ ਮਹਾਰਾਜਾ ਰਣਜੀਤ ਸਿੰਘ ਤੋਂ ਅਪਮਾਨ ਕਰਵਾਉਂਦਾ। ਜਿਹੜੇ ਵਫਾਦਾਰ ਇਮਾਨਦਾਰ ਸਿੱਖ ਰਾਜ ਦੇ ਪ੍ਰਤੀ ਆਪਣੀ ਜਾਨ ਤੱਕ ਵਾਰਨ ਵਾਲੇ ਸਿੱਖ ਸਰਦਾਰ ਆਗੂ ਸਨ, ਉਹ ਆਪਣਾ ਅਪਮਾਨ ਨਾ ਸਹਿੰਦਿਆਂ ਹੋਇਆਂ ਲਾਹੌਰ ਦਰਬਾਰ ਛੱਡ ਕੇ ਚਲੇ ਗਏ ਸੀ, ਆਪਣੇ ਘਰਾਂ ਦੇ ਵਿੱਚ ਜਾ ਕੇ ਬੈਠ ਗਏ। ਸ਼ਾਮ ਸਿੰਘ ਅਟਾਰੀ ਵਾਲੇ ਦਾ ਵੀ ਬਹੁਤ ਜ਼ਿਆਦਾ ਲਾਹੌਰ ਦਰਬਾਰ ਦੇ ਵਿੱਚ ਅਪਮਾਨ ਕਰ ਦਿੱਤਾ ਗਿਆ ਸੀ। ਉਹ ਵੀ ਲਾਹੌਰ ਦਰਬਾਰ ਨੂੰ ਛੱਡ ਕੇ ਸਾਰਾ ਕੁਝ ਆਪਣੇ ਪਿੰਡ ਅਟਾਰੀ ਵਿਖੇ ਰਹਿਣਾ ਉਹਨੇ ਸ਼ੁਰੂ ਕਰ ਦਿੱਤਾ ਸੀ। ਉਹ ਲਾਹੌਰ ਦਰਬਾਰ ਨਹੀਂ ਗਿਆ। ਉਸ ਨੇ ਅਪਮਾਨ ਨੂੰ ਮਹਿਸੂਸ ਕੀਤਾ ਵੀ ਇੱਕ ਤਾਂ ਅਸੀਂ ਸਿੱਖ ਸਰਦਾਰ, ਅਸੀਂ ਬਹਾਦਰੀ ਦੇ ਨਾਲ ਲੜਦੇ ਹਾਂ ਜੰਗਾਂ ਦੇ ਵਿੱਚ, ਦੂਸਰਾ ਸ਼ਾਮ ਸਿੰਘ ਅਟਾਰੀ ਵਾਲਾ ਰਿਸ਼ਤੇਦਾਰ ਵੀ ਸੀ ਮਹਾਰਾਜਾ ਰਣਜੀਤ ਸਿੰਘ ਦਾ। ਸ਼ਾਮ ਸਿੰਘ ਅਟਾਰੀ ਵਾਲੇ ਦੀ ਲੜਕੀ ਖੜਕ ਸਿੰਘ, ਜੋ ਮਹਾਰਾਜਾ ਖੜਕ ਸਿੰਘ ਰਣਜੀਤ ਸਿੰਘ ਦਾ ਪੁੱਤਰ ਸੀ, ਉਹਦੇ ਪੁੱਤਰ ਕੰਬਰ ਨੌ ਨਿਹਾਲ ਸਿੰਘ ਨੂੰ ਵਿਆਹੀ ਹੋਈ ਸੀ। ਇੱਕ ਰਿਸ਼ਤੇਦਾਰੀ, ਦੂਸਰਾ ਉਹ ਇਮਾਨਦਾਰ ਆਗੂ। ਜਦੋਂ ਉਹਦਾ ਵੀ ਅਪਮਾਨ ਹੋਇਆ ਸੀ, ਉਹ ਵੀ ਛੱਡ ਕੇ ਚਲਿਆ ਗਿਆ ਸੀ ਲਾਹੌਰ ਦਰਬਾਰ ਨੂੰ। ਇਹ ਧਿਆਨ ਸਿਉ ਡੋਗਰੇ ਨੇ ਇਸ ਤਰੀਕੇ ਦੇ ਨਾਲ ਚਾਲਾਂ ਚੱਲੀਆਂ। ਜਿਹੜੇ ਇਮਾਨਦਾਰ ਸਿੱਖ ਸਰਦਾਰ ਸੀ, ਉਹਨਾਂ ਨੂੰ ਅਪਮਾਨ ਕਰਕੇ ਲਾਹੌਰ ਦਰਬਾਰ ਦੇ ਵਿੱਚੋਂ ਜਾਂ ਲਾਹੌਰ ਦਰਬਾਰ ਨੂੰ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਸੀ। ਇਹਨਾਂ ਨੇ ਇਸ ਤਰੀਕੇ ਦੇ ਨਾਲ ਗਦਾਰੀਆਂ ਕੀਤੀਆਂ ਤੇ ਹੁਣ ਉਹਦੇ ਭਰਾ ਗੁਲਾਬ ਸਿੰਘ ਡੋਗਰੇ ਤੋਂ ਜੋ ਸਿੱਖ ਸਰਦਾਰ ਮਦਦ ਮੰਗ ਰਹੇ ਆ ਵੀ ਤੁਸੀਂ ਸਾਡੀ ਮਦਦ ਕਰੋ, ਜੋ ਅਸੀਂ ਅਗਲੀ ਜੰਗ ਕਰਾਂਗੇ, ਤੇ ਉਹਨੂੰ ਲਾਹੌਰ ਦਰਬਾਰ ਦੇ ਵਿੱਚ ਲਿਆ ਕੇ ਵਜ਼ੀਰ ਬਣਾ ਦਿੱਤਾ ਗਿਆ। ਇਹਨਾਂ ਦਿਨਾਂ ਦੇ ਵਿੱਚ ਉਹ ਪਹਿਲਾਂ ਹੀ ਅੰਗਰੇਜ਼ਾਂ ਦੇ ਸੰਪਰਕ ਦੇ ਵਿੱਚ ਆ, ਉਹਨਾਂ ਨੂੰ ਚਿੱਠੀ ਪੱਤਰ ਲਿਖਦਾ, ਮੀਟਿੰਗਾਂ ਕਰਦਾ, ਮਦਦ ਕਰਨ ਦਾ ਵਾਅਦਾ ਕਰਦਾ। ਹੁਣ ਗੁਲਾਬ ਸਿੰਘ ਡੋਗਰਾ ਲਾਹੌਰ ਦਰਬਾਰ ਦੇ ਵਿੱਚ ਆ ਗਿਆ, ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ। ਇੱਕ ਪਾਸੇ ਤਾਂ ਅੰਗਰੇਜ਼ਾਂ ਨੂੰ ਕਹਿੰਦਾ ਵੀ ਮੈਂ ਤੁਹਾਡੀ ਮਦਦ ਕਰਾਂਗਾ, ਪਰ ਮੈਨੂੰ ਜੰਮੂ ਦਾ ਬਾਦਸ਼ਾਹ ਰਹਿਣ ਦਿੱਤਾ ਜਾਵੇ। ਲਾਲ ਸਿੰਘ ਤੇ ਤੇਜਾ ਸਿੰਘ ਵੀ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਆ। ਇਹ ਵੀ ਆਪਣੀ ਵਫਾਦਾਰੀ ਦਾ ਸਬੂਤ ਦੇਣ ਦੇ ਲਈ ਸਿੱਖਾਂ ਦੇ ਨਾਲ ਗਦਾਰੀਆਂ ਕਰ ਰਹੇ ਹੈ ਤੇ ਆਪ ਇਹਨਾਂ ਨੂੰ ਸਿਰਫ ਵਜ਼ੀਰੀਆਂ ਚਾਹੀਦੀਆਂ, ਅਹੁਦੇ ਚਾਹੀਦੇ, ਅੰਦਰ ਲਾਲਚ ਬੈਠਾ ਹੋਇਆ। ਤੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਦੇ ਬਚਨ ਹੈ ਵੀ ਮਨੁੱਖ ਭਾਵੇਂ ਕਿਸੇ ਤਖਤ ਤੇ ਕਿਉਂ ਨਾ ਬਿਰਾਜਮਾਨ ਹੋ ਜਾਵੇ, ਬਾਦਸ਼ਾਹ ਕਿਉਂ ਨਾ ਬਣ ਜਾਵੇ, ਪਰ ਉਹਦੇ ਅੰਦਰ ਜੋ ਤ੍ਰਿਸ਼ਨਾ ਹੁੰਦੀ ਹੈ ਉਹ ਉਸ ਨੂੰ ਚੈਨ ਦੇ ਨਾਲ ਬੈਠਣ ਨਹੀਂ ਦਿੰਦੀ। ਗੁਰਬਾਣੀ ਦੇ ਬਚਨ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਜੀ ਹੈ। ਤੇ ਜੋ ਸਿੱਖ ਜਿਹੜੇ ਆਗੂਆਂ ਤੇ ਵਿਸ਼ਵਾਸ ਕਰਕੇ ਬੈਠੇ ਆ, ਉਹਨਾਂ ਦੇ
ਅੰਦਰ ਬਹੁਤ ਜ਼ਿਆਦਾ ਤ੍ਰਿਸ਼ਨਾ ਹੈ, ਬਹੁਤ ਜ਼ਿਆਦਾ ਲਾਲਚ ਹੈ। ਗੁਰਬਾਣੀ ਦੇ ਵਿੱਚ ਇੱਕ ਹੋਰ ਬਚਨ ਆਉਂਦਾ ਹੈ, ਹਰਨਾ ਬਾਜਾਂ ਤੈਂ ਸਿਕਦਾਰਾਂ ਇਨ੍ਹਾਂ ਪੜ੍ਹਿਆ ਨਾਉ ਫਾਂਦੀ ਲਾਗੀ ਜਾਤ ਫਹਾਇਨ। ਗੁਰੂ ਸਾਹਿਬਾਨ ਨੇ ਉਦਾਹਰਨਾਂ ਦਿੱਤੀਆਂ ਕੁਝ। ਹਰਨਾ ਕਿਹਾ ਜਾਂਦਾ ਹਿਰਨ ਨੂੰ। ਜਿਹੜਾ ਸ਼ਿਕਾਰੀ ਹੁੰਦਾ ਹੈ ਉਹ ਹਿਰਨ ਦੇ ਇੱਕ ਬੱਚੇ ਨੂੰ ਆਪਣੇ ਘਰ ਦੇ ਵਿੱਚ ਚੁੱਕ ਲਿਆਉਂਦਾ, ਉਹਨੂੰ ਟ੍ਰੇਨਿੰਗ ਦਿੰਦਾ, ਸਿੱਖਿਆ ਦਿੰਦਾ। ਇੱਕ ਆਵਾਜ਼ ਕੱਢੀ ਜਾਂਦੀ ਹੈ, ਇੱਕ ਸਾਜ਼ ਵਜਾਇਆ ਜਾਂਦਾ। ਉਸ ਆਵਾਜ਼ ਤੇ ਉਸ ਹਿਰਨ ਦੇ ਬੱਚੇ ਨੂੰ ਲਾ ਲਿਆ ਜਾਂਦਾ ਸ਼ਿਕਾਰੀ ਦੇ ਵੱਲੋਂ। ਸ਼ਿਕਾਰੀ ਜਿਹੜੇ ਪਾਸੇ ਖੜ ਕੇ ਉਹ ਆਵਾਜ਼ ਕੱਢਦਾ, ਉਹ ਹਿਰਨ ਦਾ ਬੱਚਾ ਉਸੇ ਪਾਸੇ ਵੱਲ ਦੌੜ ਕੇ ਜਾਂਦਾ। ਇਹ ਉਸ ਨੂੰ ਸਿਖਾ ਦਿੱਤਾ ਜਾਂਦਾ। ਬਾਅਦ ਦੇ ਵਿੱਚ ਕੀ ਕੀਤਾ ਜਾਂਦਾ, ਉਹਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਂਦਾ ਸ਼ਿਕਾਰੀ ਦੇ ਵੱਲੋਂ। ਉਹ ਜਾ ਕੇ ਦੂਸਰੇ ਹਰਨਾਂ ਦੇ ਵਿੱਚ ਮਿਲ ਜਾਂਦਾ। ਸ਼ਿਕਾਰੀ ਕੀ ਕਰਦਾ, ਆਪਣਾ ਇੱਕ ਪਾਸੇ ਜਾਲ ਲਾ ਕੇ ਫਿਰ ਉਹ ਸਾਜ਼ ਨੂੰ ਵਜਾਉਂਦਾ। ਜਦੋਂ ਉਹ ਸਿੱਖਿਆ ਹੋਇਆ, ਟ੍ਰੇਨਿੰਗ ਜਿਸ ਨੇ ਪ੍ਰਾਪਤ ਕੀਤੀ ਹੋਈ ਹੈ, ਜਿਹੜੇ ਹਿਰਨ ਨੇ, ਜਦੋਂ ਉਹ ਆਵਾਜ਼ ਨੂੰ ਸੁਣਦਾ ਉਹ ਉਸ ਪਾਸੇ ਨੂੰ ਦੌੜਦਾ ਪੂਰੀ ਸਪੀਡ ਤੇ, ਜਿੱਧਰੋਂ ਆਵਾਜ਼ ਆ ਰਹੀ ਹੁੰਦੀ ਹੈ, ਜਿੱਧਰ ਸ਼ਿਕਾਰੀ ਨੇ ਜਾਲ ਲਾਇਆ ਹੁੰਦਾ। ਬਾਕੀ ਦੇ ਹਿਰਨ ਵੀ ਉਹਦੀ ਰੀਸ ਕਰਕੇ ਉਹਦੇ ਮਗਰ ਦੌੜਦੇ ਆ, ਸਾਰੇ ਜਾ ਕੇ ਜਾਲ ਦੇ ਵਿੱਚ ਫਸ ਜਾਂਦੇ ਆ। ਜਿਹੜਾ ਸਿੱਖਿਆ ਹੋਇਆ, ਆਵਾਜ਼ ਤੇ ਲੱਗਿਆ ਹੋਇਆ ਹਿਰਨ ਹੈ, ਉਹ ਵੀ ਜਾਲ ਵਿੱਚ ਫਸ ਜਾਂਦਾ। ਪਰ ਸ਼ਿਕਾਰੀ ਕੀ ਕਰਦਾ, ਉਹਨੂੰ ਜਾਲ ਦੇ ਵਿੱਚੋਂ ਜਿਉਂਦੇ ਨੂੰ ਬਾਹਰ ਕੱਢ ਲੈਂਦਾ, ਬਾਕੀ ਹਿਰਨਾਂ ਦਾ ਸ਼ਿਕਾਰ ਕਰ ਦਿੰਦਾ। ਇਸ ਤਰ੍ਹਾਂ ਇੱਕ ਹਿਰਨ ਆਪਣੀ ਜਾਤ ਭਰਾਵਾਂ ਨੂੰ, ਹਿਰਨਾਂ ਨੂੰ, ਦੂਸਰਿਆਂ ਨੂੰ ਜੋਖਮ ਦੇ ਵਿੱਚ ਪਾ ਦਿੰਦਾ, ਉਹਨਾਂ ਦੀ ਮੌਤ ਦਾ ਕਾਰਨ ਬਣ ਜਾਂਦਾ, ਉਹਨਾਂ ਦੇ ਪੈਰਾਂ ਦੇ ਵਿੱਚ ਗੁਲਾਮੀ ਦਾ ਜਾਲ ਪਵਾ ਦਿੰਦਾ। ਹਰਨਾਂ ਬਾਜਾਂ, ਦੂਸਰਾ ਹੁੰਦਾ ਬਾਜ। ਬਾਜ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਵੀ ਦੂਸਰੇ ਪੰਛੀਆਂ ਦਾ ਸ਼ਿਕਾਰ ਕਰਦਾ, ਉੱਡਦਿਆਂ ਦਾ, ਤੇ ਆਪਣੇ ਮਾਲਕ ਦੇ ਕੋਲ ਉਹ ਪੰਛੀਆਂ ਦਾ ਸ਼ਿਕਾਰ ਕਰਕੇ ਕੋਲ ਲੈ ਕੇ ਆਉਂਦਾ। ਹਰਨਾਂ ਬਾਜਾਂ ਤੈ ਸਿਕਦਾਰਾਂ। ਗੁਰੂ ਸਾਹਿਬਾਨ ਕਹਿੰਦੇ ਹਿਰਨ ਤੇ ਕੋਈ ਇਤਰਾਜ਼ ਨਹੀਂ ਵੀ ਉਸ ਨੇ ਆਪਣੇ ਜਾਤ ਭਰਾਵਾਂ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ ਸ਼ਿਕਾਰੀ ਦੇ ਕੋਲੋਂ, ਜਾਂ ਬਾਜ ਨੇ ਦੂਸਰੇ ਪੰਛੀਆਂ ਦਾ ਸ਼ਿਕਾਰ ਕਰਕੇ ਮਾਲਕ ਦੇ ਕੋਲ ਲੈ ਕੇ ਆਂਦੇ। ਕੋਈ ਇਤਰਾਜ਼ ਨਹੀਂ, ਇਹ ਕੁਦਰਤੀ ਨਿਯਮ ਹੈ, ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰੂ ਸਾਹਿਬਾਨ ਕਹਿੰਦੇ ਜੇਕਰ ਦੁੱਖ ਦੀ ਗੱਲ ਹੈ, ਦੁੱਖ ਦੀ ਗੱਲ ਇਹ ਹੈ ਵੀ ਜਦੋਂ ਸਿਕਦਾਰ ਕਿਹਾ ਜਾਂਦਾ ਕੌਮ ਦੇ ਆਗੂ ਨੂੰ। ਇੱਕ ਕੌਮ ਦਾ ਆਗੂ ਜਦੋਂ ਦੁਸ਼ਮਣ ਦੇ ਨਾਲ ਮਿਲ ਜਾਂਦਾ, ਆਪਣੇ ਭਰਾਵਾਂ ਦੇ ਨਾਲ ਗਦਾਰੀ ਕਰਦਾ ਤੇ ਆਪਣੀ ਕੌਮ ਦੇ ਭਰਾਵਾਂ ਦੇ ਗਲੇ ਦੇ ਵਿੱਚ ਗੁਲਾਮੀ ਦੀ ਫਾਹੀ ਪਾ ਦਿੰਦਾ। ਗੁਰੂ ਸਾਹਿਬਾਨ ਕਹਿੰਦੇ ਇਹ ਜੋ ਘਟਨਾ ਹੈਗੀ, ਜਾਂ ਜੋ ਇਸ ਤਰ੍ਹਾਂ ਦਾ ਵਰਤਾਰਾ ਹੈ, ਇਹ ਸੋਚਣ ਤੇ ਮਜਬੂਰ ਕਰਦਾ ਇੱਕ ਆਗੂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਆਪਣੀ ਕੌਮ ਦੇ ਨਾਲ ਗਦਾਰੀ ਨਹੀਂ ਕਰਨੀ ਚਾਹੀਦੀ। ਹਰਨਾਂ ਬਾਜਾਂ ਤੈ ਸਿਕਦਾਰਾਂ ਇਨ੍ਹਾਂ ਪੜ੍ਹਿਆ ਨਾਉ। ਜਿਹੜਾ ਆਗੂ ਦੁਸ਼ਮਣ ਦੀ ਬੋਲੀ ਬੋਲਣ ਲੱਗ ਗਿਆ, ਉਹ ਆਪਣੀ ਕੌਮ ਦੇ ਨਾਲ ਗਦਾਰੀ ਕਰੇਗਾ ਹੀ ਕਰੇਗਾ, ਆਪਣੇ ਲਾਲਚ ਅਧੀਨ, ਆਪਣੇ ਸਵਾਰਥ ਅਧੀਨ। ਹਰਨਾਂ ਬਾਜਾਂ ਤੈ ਸਿਕਦਾਰਾਂ ਇਨ੍ਹਾਂ ਪੜ੍ਹਿਆ ਨਾਉ ਫਾਂਦੀ ਲਾਗੀ ਜਾਤ ਫਹਾਇਨ। ਹੁਣ ਸਿੱਖ ਕੌਮ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਐ? ਲਾਲ ਸਿਉਂ, ਤੇਜਾ ਸਿਉਂ, ਗੁਲਾਬ ਸਿਉਂ ਡੋਗਰਾ, ਇਹ ਸਾਰੇ ਹੀ ਦੁਸ਼ਮਣ ਦੀ ਬੋਲੀ ਬੋਲ ਰਹੇ ਐ ਤੇ ਆਪਣੇ ਜੋ ਸਿੱਖ ਸਰਦਾਰ ਹੈ, ਜੋ ਕੌਮ ਹੈ, ਉਹਦੇ ਨਾਲ ਗਦਾਰੀ ਕਰ ਰਹੇ ਐ ਤੇ ਸਿੱਖ ਇਹਨਾਂ ਤੇ ਵਿਸ਼ਵਾਸ ਕਰਕੇ ਬੈਠੇ ਹੋਏ ਐ। ਇਹ ਗੁਲਾਬ ਸਿਉਂ ਨੇ ਕੀ ਕੀਤਾ, ਇੱਕ ਪਾਸੇ ਅੰਗਰੇਜ਼ਾਂ ਦੇ ਨਾਲ ਇਹਨੇ ਰਾਬਤਾ ਕਾਇਮ ਕੀਤਾ ਹੋਇਆ, ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਵੀ ਮੈਨੂੰ ਬਾਦਸ਼ਾਹ ਬਣਾ ਦਿਓ। ਦੂਸਰੇ ਪਾਸੇ ਸਿੱਖ ਸਰਦਾਰਾਂ ਨੂੰ ਤਾਨੇ ਮਾਰ ਰਿਹਾ, ਉਹਨਾਂ ਦੇ ਨਾਲ ਅਣਖ ਦੀਆਂ ਗੱਲਾਂ ਕਰ ਰਿਹਾ ਵੀ ਤੁਸੀਂ ਮੁਦਕੀ ਦੀ ਜੰਗ ਹਾਰ ਗਏ,
ਫੇਰੂ ਦੀ ਜੰਗ ਹਾਰ ਗਏ, ਤੁਹਾਡੀ ਤੇਗ ਨੂੰ ਜਰ ਲੱਗ ਗਈ ਹੈ। ਤੁਸੀਂ ਜੋ ਪਹਿਲਾਂ ਮੱਲਾਂ ਮਾਰੀਆਂ ਨੇ, ਇੰਨੀ ਦੂਰ ਦੂਰ ਤੱਕ ਰਾਜ ਕਾਇਮ ਕੀਤਾ, ਤੁਸੀਂ ਉਹ ਸਾਰੀਆਂ ਕੁਰਬਾਨੀਆਂ ਤੇ ਦਾਗ ਲਾ ਦਿੱਤਾ। ਤੁਹਾਡੇ ਕਿਰਦਾਰ ਤੇ ਦਾਗ ਲੱਗ ਰਿਹਾ ਹੈ। ਤੁਹਾਡੀ ਬਹਾਦਰੀ ਤੁਸੀਂ ਆਪ ਖੁਦ 2 ਜੰਗਾਂ ਹਾਰ ਕੇ ਮਿੱਟੀ ਵਿੱਚ ਰੋਲ ਦਿੱਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਲੋਕ ਕੀ ਕਹਿਣਗੇ ਵੀ ਸਿੱਖਾਂ ਦੀ ਤਲਵਾਰ ਹੈ, ਜੋ ਤੇਗ ਹੈ, ਉਹ ਖੁੰਡੀ ਹੋ ਗਈ ਹੈ, ਅੰਗਰੇਜ਼ਾਂ ਦੇ ਕੋਲੋਂ ਇੱਕ ਜੰਗ ਵੀ ਨਹੀਂ ਜਿੱਤ ਸਕੇ। ਇਸ ਤਰ੍ਹਾਂ ਦੀਆਂ ਤਕਰੀਰਾਂ ਕਰ ਰਹੇ ਹੈ ਵੀ ਤੁਹਾਨੂੰ ਜੰਗ ਕਰਨੀ ਚਾਹੀਦੀ ਹੈ ਅੰਗਰੇਜ਼ਾਂ ਦੇ ਨਾਲ, ਬਹਾਦਰੀ ਦੇ ਨਾਲ। ਹੁਣ ਇੱਕ ਪਾਸੇ ਤਾਂ ਇਹ ਸਾਰਾ ਕੁਝ ਕਹਿਆ ਜਾ ਰਿਹਾ ਵੀ ਤੁਸੀਂ ਕੁਰਬਾਨੀਆਂ ਮਿੱਟੀ ਵਿੱਚ ਰੋਲ ਦਿੱਤੀਆਂ, ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਜਾਂ ਉਹਦੇ ਵੱਲੋਂ ਜੋ ਦੂਰ ਦੂਰ ਤੱਕ ਇਲਾਕੇ ਮੱਲੇ ਹੈ, ਜੰਗਾਂ ਜਿੱਤੀਆਂ ਹਨ, ਉਹ ਸਾਰੀਆਂ ਜਿੱਤੀਆਂ ਹੋਈਆਂ ਜੰਗਾਂ ਮਿੱਟੀ ਵਿੱਚ ਰੋਲ ਦਿੱਤੀਆਂ। ਆ ਅੰਗਰੇਜ਼ਾਂ ਦੇ ਕੋਲੋਂ 2 ਜੰਗਾਂ ਹਾਰ ਕੇ। ਇੱਕ ਪਾਸੇ ਤਾਂ ਇਹ ਤਰੀਕੇ ਦੇ ਨਾਲ ਸਿੱਖ ਸਰਦਾਰਾਂ ਦੇ ਵਿੱਚ ਉਹ ਗੱਲਾਂ ਕਰ ਰਹੇ ਆ, ਦੂਸਰੇ ਪਾਸੇ ਅੰਗਰੇਜ਼ਾਂ ਦੇ ਨਾਲ ਮਿਲਿਆ ਹੋਇਆ ਵੀ ਤੁਸੀਂ ਦੱਸੋ ਕਿਵੇਂ ਕਰਨਾ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ। ਹੁਣ ਸਿੱਖਾਂ ਨੇ ਸਭਰਾਵਾਂ ਦੀ ਜੰਗ ਕਰਨੀ। ਮਹਾਰਾਣੀ ਜਿੰਦ ਕੌਰ ਉਹ ਆਪਣੇ ਖਿਆਲਾਂ ਦੇ ਵਿੱਚ ਡੁੱਬੀ ਹੋਈ ਹੈ ਵੀ ਸਿੱਖ ਸਰਦਾਰ ਦੋਵੇਂ ਜੰਗਾਂ ਹਾਰ ਗਏ ਹੈ, ਤੇ ਜੰਗ ਹਾਰਨ ਦਾ ਕਾਰਨ ਉਸ ਨੂੰ ਪਤਾ ਹੈ ਵੀ ਆਪਣਿਆਂ ਨੇ ਗਦਾਰੀ ਕੀਤੀ ਹੋਈ ਹੈ। ਉਹ ਸੋਚ ਰਹੀ ਹੈ ਇਸ ਜੰਗ ਦੇ ਵਿੱਚ ਕੋਈ ਇਹੋ ਜਿਹਾ ਇਮਾਨਦਾਰ ਆਗੂ ਹੋਣਾ ਚਾਹੀਦਾ ਹੈ ਜਿਸ ਤੇ ਵਿਸ਼ਵਾਸ ਕੀਤਾ ਜਾ ਸਕੇ। ਉਹ ਆਪਣੇ ਮਨ ਹੀ ਮਨ ਦੇ ਵਿੱਚ ਸੋਚ ਰਹੀ ਹੈ ਤੇ ਉਹਦੇ ਧਿਆਨ ਦੇ ਵਿੱਚ ਆਉਂਦਾ ਸ਼ਾਮ ਸਿੰਘ ਅਟਾਰੀ ਵਾਲਾ, ਜੋ ਲਾਹੌਰ ਦਰਬਾਰ ਨੂੰ ਛੱਡ ਕੇ ਚਲਿਆ ਗਿਆ ਸੀ ਬਹੁਤ ਸਮਾਂ ਪਹਿਲਾਂ। ਸ਼ਾਮ ਸਿੰਘ ਅਟਾਰੀ ਵਾਲਾ ਬਹੁਤ ਅਮੀਰ ਪਰਿਵਾਰ ਦੇ ਵਿੱਚੋਂ ਸੀ। ਅਟਾਰੀ ਵਿਖੇ ਰਹਿ ਰਹੇ ਹੈ। ਅਟਾਰੀ ਬਾਰਡਰ ਵੀ ਲੱਗਦਾ ਪਾਕਿਸਤਾਨ ਦੇ ਨਾਲ, ਤੇ ਉੱਥੇ ਰਹਿ ਰਹੇ ਹੈ। ਮਹਾਰਾਣੀ ਜਿੰਦ ਕੌਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਆਪਣੇ ਦੁੱਖ ਲਿਖਦੀ ਹੈ, ਹਾਲਾਤ ਦੱਸਦੀ ਹੈ ਲਾਹੌਰ ਦਰਬਾਰ ਦੇ, ਤੇ ਉਸ ਦੇ ਅੱਗੇ ਇੱਕ ਵਾਸਤਾ ਪਾਉਂਦੀ ਹੈ ਵੀ ਸਿੱਖ ਸਰਦਾਰ, ਜਿਹੜਾ ਰਾਜ ਤੁਸੀਂ ਬਹੁਤ ਬਹਾਦਰੀਆਂ ਦੇ ਨਾਲ ਕਾਇਮ ਕੀਤਾ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ, ਉਹ ਅੱਜ ਸਾਡੇ ਕੋਲੋਂ ਜਾਂਦਾ ਹੋਇਆ ਮਹਿਸੂਸ ਹੋ ਰਿਹਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਕਬਜ਼ਾ ਕਰ ਲੈਣਗੇ ਜੇਕਰ ਸਿੱਖ ਇਸੇ ਤਰ੍ਹਾਂ ਜੰਗ ਹਾਰਦੇ ਰਹੇ ਤੇ ਗਦਾਰੀ ਕਰਨ ਵਾਲੇ ਗਦਾਰੀ ਕਰਦੇ ਰਹੇ। ਆਉਣ ਵਾਲੇ ਦਿਨਾਂ ਦੇ ਵਿੱਚ ਸਭਰਾਵਾਂ ਦਾ ਜੰਗ ਹੋਵੇਗਾ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਥੇ ਲਾਹੌਰ ਦਰਬਾਰ ਦੇ ਵਿੱਚ ਆਓ ਤੇ ਸਿੱਖ ਸਰਦਾਰਾਂ ਦੀ ਜੋ ਫੌਜ ਹੈ ਉਸ ਦੀ ਅਗਵਾਈ ਕਰੋ ਤੇ ਸਭਰਾਵਾਂ ਦੀ ਜੰਗ ਲੜੋ ਤੇ ਇਸ ਦੇ ਵਿੱਚ ਜਿੱਤ ਪ੍ਰਾਪਤ ਕਰੋ। ਮਹਾਰਾਣੀ ਜਿੰਦ ਕੌਰ ਆਪਣੇ ਵੱਲੋਂ ਆਪਣੇ ਕਿਸੇ ਵਿਅਕਤੀ ਦੇ ਰਾਹੀਂ ਇੱਕ ਚਿੱਠੀ ਲਿਖ ਕੇ ਉਹਦੇ ਵਿੱਚ ਵਾਸਤਾ ਪਾਇਆ ਜਾਂਦਾ ਹੈ ਸ਼ਾਮ ਸਿੰਘ ਅਟਾਰੀ ਵਾਲੇ ਨੂੰ, ਤੇ ਉਹ ਵਿਅਕਤੀ ਸ਼ਾਮ ਸਿੰਘ ਅਟਾਰੀ ਵਾਲੇ ਦੇ ਕੋਲ ਅਟਾਰੀ ਵਿਖੇ ਭੇਜਿਆ ਜਾਂਦਾ। ਉਹ ਪਹੁੰਚਦਾ ਉੱਥੇ ਚਿੱਠੀ ਪੱਤਰ ਲੈ ਕੇ। ਸ਼ਾਮ ਸਿੰਘ ਅਟਾਰੀ ਵਾਲਾ ਉਸ ਦਾ ਵਧੀਆ ਤਰੀਕੇ ਨਾਲ ਸਵਾਗਤ ਕਰਦਾ ਵੀ ਲਾਹੌਰ ਦਰਬਾਰ ਤੋਂ ਆਇਆ। ਉਸ ਨੂੰ ਕਹਿਆ ਜਾਂਦਾ ਹੈ ਵੀ ਤੁਸੀਂ ਆਰਾਮ ਕਰੋ, ਪਾਣੀ ਪੀਵੋ, ਬੈਠੋ, ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਪਰ ਉਹ ਵਿਅਕਤੀ ਕਹਿੰਦਾ ਮੇਰੇ ਕੋਲ ਇੰਨਾ ਸਮਾਂ ਨਹੀਂ। ਮਹਾਰਾਣੀ ਜਿੰਦ ਕੌਰ ਨੇ ਆ ਚਿੱਠੀ ਪੱਤਰ ਦੇ ਰਾਹੀਂ ਸੁਨੇਹਾ ਭੇਜਿਆ, ਤੁਸੀਂ ਇਸ ਨੂੰ ਪੜ੍ਹ ਲਵੋ ਤਾਂ ਕਿ ਮੈਂ ਜਾ ਕੇ ਦੱਸ ਸਕਾਂ ਵੀ ਸ਼ਾਮ ਸਿੰਘ ਅਟਾਰੀ ਵਾਲੇ ਨੇ ਮੇਰੇ ਸਾਹਮਣੇ ਪੱਤਰ ਪੜ੍ਹ ਲਿਆ ਸੀ। ਸ਼ਾਮ ਸਿੰਘ ਅਟਾਰੀ ਵਾਲਾ ਪੱਤਰ ਪੜ੍ਹਦਾ ਹੈ। ਸੋਹਣ ਸਿੰਘ ਸ਼ੀਤਲ ਨੇ ਸਿੱਖ ਇਤਿਹਾਸ ਲਿਖਿਆ ਹੈ। ਉਸ ਨੇ ਕੁਝ ਲਾਈਨਾਂ ਲਿਖੀਆਂ ਆਪਣੀ ਸੋਚ ਦੇ ਮੁਤਾਬਕ। ਮਹਾਰਾਣੀ ਜਿੰਦ ਕੌਰ ਨੇ ਉਸ ਚਿੱਠੀ ਦੇ ਵਿੱਚ ਕੀ ਲਿਖਿਆ ਸੀ? ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ
ਬੈਠ ਰਹਿਓ ਕੀ ਚਿੱਤ ਵਿੱਚ ਧਾਰ ਸਿੰਘਾ, ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ, ਸਿੰਘ ਆਏ ਨੇ ਅੰਗਰੇਜ਼ਾਂ ਤੋਂ ਹਾਰ ਸਿੰਘਾ। ਕਾਹਨੂੰ ਹਾਰਦੇ ਕਿਉਂ ਮਿਹਨੇ ਜੱਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ। ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ। ਮਹਾਰਾਣੀ ਜਿੰਦ ਕੌਰ ਲਿਖਦੀ ਹੈ, ਲਾਹੌਰ ਦਰਬਾਰ ਦੇ ਹਾਲਾਤ ਜਾਂ ਸਿੱਖ ਸਰਦਾਰਾਂ ਨੇ ਕਿਸ ਤਰੀਕੇ ਦੇ ਨਾਲ ਜੰਗ ਕੀਤੀ ਹੈ। ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ, ਐ ਪਰ ਆਪਣੇ ਹੋ ਗਏ ਨੇ ਗਦਾਰ ਸਿੰਘਾ। ਮਹਾਰਾਣੀ ਜਿੰਦ ਕੌਰ ਲਿਖਦੀ ਹੈ ਵੀ ਸਿੱਖ ਸਰਦਾਰ ਨਹੀਂ ਕਿਸੇ ਗੱਲੋਂ ਘੱਟ ਵੀ ਉਹ ਜੰਗ ਨਹੀਂ ਕਰ ਰਹੇ ਜਾਂ ਬਹਾਦਰੀ ਨਾਲ ਨਹੀਂ ਲੜ ਰਹੇ। ਅਸਲ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਲਾਹੌਰ ਦਰਬਾਰ ਦੇ, ਉਹ ਗਦਾਰੀਆਂ ਕਰ ਰਹੇ ਹੈ। ਸ਼ਾਮ ਸਿੰਘ ਅਟਾਰੀ ਵਾਲਾ ਇਹ ਚਿੱਠੀ ਪੜ੍ਹ ਕੇ ਉਸ ਵਿਅਕਤੀ ਨੂੰ ਕਹਿੰਦਾ ਵੀ ਜਾ ਕੇ ਮਹਾਰਾਣੀ ਜਿੰਦ ਕੌਰ ਨੂੰ ਮੇਰਾ ਸੁਨੇਹਾ ਦੇ ਦਿਓ, ਮੈਂ ਲਾਹੌਰ ਦਰਬਾਰ ਵਿੱਚ ਨਹੀਂ ਆਵਾਂਗਾ, ਕਿਉਂਕਿ ਮੇਰਾ ਬਹੁਤ ਜ਼ਿਆਦਾ ਅਪਮਾਨ ਕੀਤਾ ਗਿਆ ਸੀ। ਪਰ ਜੋ ਅਸੀਂ ਸਿੱਖ ਰਾਜ ਬਹਾਦਰੀ ਦੇ ਨਾਲ ਕਾਇਮ ਕੀਤਾ ਹੈ, ਉਹ ਅਸੀਂ ਆਪਣੀਆਂ ਅੱਖਾਂ ਦੇ ਨਾਲ ਉੱਜੜਦਾ ਵੀ ਨਹੀਂ ਵੇਖ ਸਕਦੇ। ਮੈਂ ਜੰਗ ਦੇ ਮੈਦਾਨ ਦੇ ਵਿੱਚ ਆਵਾਂਗਾ, ਜਿਹੜੇ ਇਲਾਕੇ ਵਿੱਚ ਤੁਸੀਂ ਜੰਗ ਕਰੋਗੇ ਮੈਨੂੰ ਸੁਨੇਹਾ ਭੇਜ ਦਿਓ, ਮੈਂ ਉਸ ਜੰਗ ਦੇ ਮੈਦਾਨ ਵਿੱਚ ਆ ਜਾਵਾਂਗਾ, ਪਰ ਲਾਹੌਰ ਦਰਬਾਰ ਦੇ ਵਿੱਚ ਨਹੀਂ ਆਵਾਂਗਾ। ਇਸ ਤਰ੍ਹਾਂ ਦਾ ਜੋ ਸੁਨੇਹਾ ਹੈ ਉਹ ਵਿਅਕਤੀ ਵਾਪਸ ਲੈ ਕੇ ਮਹਾਰਾਣੀ ਜਿੰਦ ਕੌਰ ਕੋਲੇ ਜਾਂਦਾ ਤੇ ਉਸ ਨੂੰ ਜਾ ਕੇ ਦੱਸਦਾ ਵੀ ਸ਼ਾਮ ਸਿੰਘ ਅਟਾਰੀ ਵਾਲਾ ਲਾਹੌਰ ਦਰਬਾਰ ਦੇ ਵਿੱਚ ਨਹੀਂ ਆਵੇਗਾ। ਉਸ ਨੇ ਇਹ ਸੁਨੇਹਾ ਭੇਜਿਆ, ਜਦੋਂ ਜੰਗ ਕਰਨੀ ਹੋਵੇਗੀ ਮੈਨੂੰ ਦੱਸ ਦਿਓ, ਮੈਂ ਮੈਦਾਨੇ ਜੰਗ ਵਿੱਚ ਆ ਜਾਵਾਂਗਾ। ਤੇ ਸਭਰਾਵਾਂ ਦਾ ਜੰਗ ਕਰਨਾ ਸਿੱਖਾਂ ਵੱਲੋਂ ਇਹ ਫਰਵਰੀ 1846 ਈਸਵੀ ਨੂੰ ਹੋਇਆ। ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸੁਨੇਹਾ ਭੇਜ ਦਿੱਤਾ ਜਾਂਦਾ ਵੀ ਸਭਰਾਵਾਂ ਦੇ ਮੈਦਾਨ ਦੇ ਵਿੱਚ ਪਹੁੰਚ ਜਾ। ਇਹ ਸਿੱਖ ਸਰਦਾਰ ਬਜ਼ੁਰਗ ਹੋ ਚੁੱਕੇ ਆ, ਬਜ਼ੁਰਗ ਹੈ ਇਹ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਸ ਨੇ ਜੰਗਾਂ ਕੀਤੀਆਂ, ਵਡੇਰੀ ਉਮਰ ਦਾ। ਇਹ ਸਵੇਰੇ ਨਿਤਨੇਮ ਕਰਦਾ ਹੈ, ਗੁਰੂ ਦੇ ਅੱਗੇ ਅਰਦਾਸ ਕਰਦਾ ਹੈ, ਆਪਣੇ ਵੱਲੋਂ ਜੰਗ ਦੀ ਤਿਆਰੀ ਕਰਦਾ, ਤਿਆਰ ਹੋ ਕੇ ਘੋੜੇ 'ਤੇ ਸਵਾਰ ਹੁੰਦਾ ਹੈ। ਜਦੋਂ ਤੁਰਨ ਲੱਗਦਾ ਇਹਦੀ ਜੋ ਬਜ਼ੁਰਗ ਪਤਨੀ ਹੈ ਉਹਦਾ ਨਾਮ ਇਤਿਹਾਸ ਦੇ ਵਿੱਚ ਬੀਬੀ ਦੇਸਾਂ ਲਿਖਿਆ ਹੈ। ਇਹ ਛੋਟਾ ਨਾਮ ਹੋਵੇਗਾ, ਉਂਝ ਉਸ ਦੀ ਵੀ ਖੰਡੇ ਕੀ ਪਹੁਲ ਛਕੀ ਹੋਣੀ ਹੈ, ਦੇਸਾਂ ਕੌਰ ਹੋ ਸਕਦਾ ਜਾਂ ਕੋਈ ਹੋਰ ਨਾਮ ਹੋਵੇਗਾ, ਇੱਥੇ ਛੋਟਾ ਨਾਮ ਵਰਤਿਆ ਗਿਆ। ਉਹ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਬਜ਼ੁਰਗ ਨੂੰ ਕਹਿੰਦੀ ਹੈ ਵੀ ਸਿੱਖ ਸਰਦਾਰਾ, ਇਹ ਜੋ ਤੇਰੀ ਉਮਰ ਹੈ ਨਾ, ਇਹ ਜੰਗ ਕਰਨ ਦੀ ਉਮਰ ਨਹੀਂ, ਆਰਾਮ ਕਰਨ ਦੀ ਉਮਰ ਹੈ। ਜੇਕਰ ਤੂੰ ਜੰਗ ਦੇ ਵਿੱਚ ਚਲਿਆ ਵੀ ਗਿਆ, ਪਹਿਲਾਂ ਦੀ ਤਰ੍ਹਾਂ ਬਹਾਦਰੀ ਨਾਲ ਨਹੀਂ ਲੜ ਸਕੇਗਾ। ਜਿਵੇਂ ਪਹਿਲਾਂ ਲੜਦਾ ਰਿਹਾ ਨਾ ਜਵਾਨੀ ਦੇ ਵਿੱਚ, ਉਸ ਤਰੀਕੇ ਨਾਲ ਜੰਗ ਨਹੀਂ ਹੋਣੀ। ਬਜ਼ੁਰਗ ਹੋ ਗਿਆ, ਵਡੇਰੀ ਉਮਰ ਹੈ, ਆਰਾਮ ਕਰਨ ਦਾ ਸਮਾਂ, ਤੈਨੂੰ ਨਹੀਂ ਜਾਣਾ ਚਾਹੀਦਾ। ਜੇ ਤੂੰ ਚਲਿਆ ਵੀ ਗਿਆ ਜੰਗ ਨਹੀਂ ਹੋਣੀ ਤੇਰੇ ਤੋਂ, ਬਜ਼ੁਰਗ ਹੋ ਗਏ ਹੈ। ਹੁਣ ਜਦੋਂ ਉਸ ਦੀ ਪਤਨੀ ਇਹ ਗੱਲ ਕਹਿੰਦੀ ਹੈ ਨਾ, ਉਹ ਵੀ ਬਜ਼ੁਰਗ ਹੀ ਹੈ। ਸ਼ਾਮ ਸਿੰਘ ਅਟਾਰੀ ਵਾਲਾ ਕਹਿੰਦਾ ਮੈਨੂੰ ਵੀ ਪਤਾ ਮੈਂ ਬਜ਼ੁਰਗ ਹੋ ਗਿਆ, ਉਮਰ ਵੱਡੀ ਹੈ, ਪਹਿਲਾਂ ਦੀ ਤਰ੍ਹਾਂ ਜੰਗ ਨਹੀਂ ਕੀਤੀ ਜਾਣੀ। ਪਰ ਜਿਸ ਦਿਨ ਖੰਡੇ ਕੀ ਪਹੁਲ ਛਕੀ ਸੀ, 5 ਪਿਆਰਿਆਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਜੇ ਆਉਣ ਵਾਲੇ ਸਮੇਂ 'ਚ ਗੁਰੂ ਨੂੰ ਸਿਰ ਸਮਰਪਿਤ ਕਰਨਾ ਪੈ ਗਿਆ, ਕੀ ਸਮਰਪਿਤ ਕਰ ਦੇਵੇਂਗਾ? ਤੇ ਉਸ ਸਮੇਂ ਮੈਂ ਵਾਅਦਾ ਕੀਤਾ ਸੀ ਸਿੱਖੀ ਦੇ ਲਈ, ਗੁਰੂ ਦੇ ਸਿਧਾਂਤਾਂ ਦੇ ਲਈ ਜੇਕਰ ਆਪਣਾ ਸਿਰ ਸਮਰਪਿਤ ਕਰਨਾ ਪਿਆ ਮੈਂ ਕਰਾਂਗਾ। ਤੇ ਜੇਕਰ ਮੈਂ ਅੱਜ ਨਾ ਜੰਗ ਦੇ ਵਿੱਚ ਗਿਆ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲ ਮੁੱਖ ਨਹੀਂ ਕਰ ਸਕਦਾ।
ਮੈਨੂੰ ਪਿੱਠ ਕਰਨੀ ਪਵੇਗੀ ਤੇ ਮੈਨੂੰ ਸਾਰੀ ਉਮਰ ਪਛਤਾਵਾ ਰਹੇਗਾ ਕਿ ਜਦੋਂ ਲੋੜ ਪਈ ਮੇਰੀ ਸਿੱਖ ਕੌਮ ਨੂੰ, ਸਿੱਖ ਸਰਦਾਰਾਂ ਨੂੰ, ਉਦੋਂ ਮੈਂ ਗਿਆ ਨਹੀਂ, ਫਿਰ ਮੈਂ ਨਜ਼ਰਾਂ ਨਹੀਂ ਮਿਲਾ ਸਕਦਾ ਆਪਣੇ ਗੁਰੂ ਦੇ ਨਾਲ। ਤੇ ਇਸ ਕਰਕੇ ਮੈਨੂੰ ਰੋਕ ਨਾ, ਮੈਨੂੰ ਜਾਣ ਦੇ। ਜਾਣ ਤੋਂ ਪਹਿਲਾਂ ਸ਼ਾਮ ਸਿੰਘ ਅਟਾਰੀ ਵਾਲਾ ਕਹਿੰਦਾ ਮੈਂ ਜੰਗ ਦੇ ਵਿੱਚ ਜ਼ਰੂਰ ਜਾਵਾਂਗਾ। ਉਹਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਤੇ ਉਹ ਮਿਆਨ ਆਪਣੀ ਘਰਵਾਲੀ ਨੂੰ ਫੜਾ ਦਿੱਤਾ। ਕਹਿੰਦਾ ਆਹ ਖਾਲੀ ਮਿਆਨ ਤੂੰ ਸੰਭਾਲ ਕੇ ਰੱਖ, ਮੈਂ ਸਭਰਾਵਾਂ ਦੀ ਜੰਗ ਕਰਕੇ ਵਾਪਸ ਆਵਾਂਗਾ ਤੇ ਇਸ ਮਿਆਨ ਦੇ ਵਿੱਚ ਤਲਵਾਰ ਆਪ ਪਾਵਾਂਗਾ। ਤੇ ਜੇਕਰ ਮੈਂ ਸਭਰਾਵਾਂ ਦੇ ਜੰਗ ਦੇ ਵਿੱਚ ਸ਼ਹੀਦ ਹੋ ਜਾਣਾ, ਵਾਪਸ ਨਹੀਂ ਪਹੁੰਚਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤ ਪੋਤਰਿਆਂ ਨੂੰ, ਮੇਰੀ ਕੌਮ ਦੀ ਜੋ ਅੱਗੇ ਨਸਲ ਹੋਵੇਗੀ, ਜੋ ਅੱਗੇ ਸਿੱਖ ਸਰਦਾਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੇ ਅਜੇ ਜਨਮੇ ਵੀ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਜੋ ਕੌਮ ਪੈਦਾ ਹੋਵੇਗੀ, ਉਹਨਾਂ ਨਸਲਾਂ ਨੂੰ ਇਹ ਮਿਆਨ ਵਿਖਾ ਕੇ ਇਹ ਗੱਲ ਚੇਤੇ ਕਰਵਾਉਂਦੇ ਰਹਿਓ ਵੀ ਤੁਹਾਡੇ ਆਗੂ ਦੀ ਤਲਵਾਰ ਸਭਰਾਵਾਂ ਦੇ ਜੰਗ ਦੇ ਮੈਦਾਨ ਦੇ ਵਿੱਚ ਪਈ ਹੈ, ਉੱਥੋਂ ਚੁੱਕ ਕੇ ਲਿਆ ਕੇ ਇਸ ਮਿਆਨ ਦੇ ਵਿੱਚ ਇਸ ਜੰਗ ਦਾ ਜ਼ਿਕਰ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।